ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਕਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਹੁਣ ਉਹ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਉਹਨਾਂ ਇਸ ਸੰਬੰਧੀ ਟਵੀਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ। ਕਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਟਰਾਂਸਪੋਰਟਰ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਹੱਡੀ ਹਨ। ਅਸੀਂ ਹਰ ਲੋੜ ਵਿੱਚ ਉਹਨਾਂ ਦੇ ਨਾਲ ਖੜੇ ਹਾਂ। ਦੱਸ ਦਈਏ ਕਿ ਸਵੇਰੇ ਖਬਰ ਆਈ ਸੀ ਕਿ ਪੰਜਾਬ ਦੇ ਟਰਾਂਸਪੋਰਟਰਾਂ ਲਈ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਐਲਾਨ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਪੇਜ ਰਾਹੀਂ ਵੀ ਦਿੱਤੀ ਗਈ ਸੀ। ਪਾਰਟੀ ਦੇ ਸੀਨੀਅਰ ਆਗੂ ਮਾਲਵਿੰਦਰ ਕੰਗ ਨੇ ਵੀ ਇਸ ਸੰਬੰਧੀ ਫੇਸਬੁੱਕ ਤੇ ਪੋਸਟ ਪਾ ਕੇ ਲਿਖਿਆ ਸੀ ਤੇ ਹੁਣ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੰਮਾਂ ਨਾਲ ਚਰਚਾ 'ਚ ਰਹਿੰਦੇ ਹਨ। ਸੂਬੇ ਦੀ ਖੁਸ਼ਹਾਲੀ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ, ਚਾਹੇ ਉਹ ਲਾ ਐਂਡ ਆਰਡਰ ਦੀ ਗੱਲ ਹੋਵੇ ਜਾਂ ਫਿਰ ਮਾਈਨਿੰਗ ਮਾਮਲੇ ਦੀ ਗੱਲ ਹੋਵੇ। ਉਹਨਾਂ ਵੱਲੋਂ ਨਿੱਤ ਨਵੇਂ ਫੈਸਲੇ ਲਏ ਜਾ ਰਹੇ ਹਨ। ਇਸ ਦੌਰਾਨ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 184 ਲੋਕਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ। ਇਸ ਲਿਸਟ 'ਚ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਮ ਸ਼ਾਮਲ ਹਨ। ਇਹ ਹੁਕਮ ਏਡੀਜੀਪੀ ਸਿਕਿਉਰਿਟੀ ਪੰਜਾਬ ਵੱਲੋਂ ਸੁਰੱਖਿਆ ਨੂੰ ਖਤਰੇ ਸੰਬੰਧੀ ਸਮੀਖਿਆ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਕਿ ਅਦਾਲਤ ਦੇ ਹੁਕਮਾਂ ਤੇ ਮਿਲੀ ਹੋਈ ਸੁਰੱਖਿਆ ਵਾਪਸ ਨਹੀਂ ਲਈ ਜਾਵੇਗੀ। 20 ਅਪ੍ਰੈਲ ਨੂੰ ਇਹ ਪੱਤਰ ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ। ਉਹਨਾਂ 'ਚ ਸਾਬਕਾ ਮੰਤਰੀ ਸੁਰਜੀਤ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਤੋਤਾ ਸਿੰਘ ਅਤੇ ਗੁਲਜ਼ਾਰ ਸਿੰਘ ਰਣੀਕੇ ਪ੍ਰਮੁੱਖ ਹਨ। ਸਾਬਕਾ ਮੁੱਖ ਮੰਤਰੀਆਂ ਅਤੇ ਹੋਰ ਮੰਤਰੀਆਂ ਦੇ ਪਰਿਵਾਰਾਂ ਦੀ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਪੁਨੀਤ ਕੌਰ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਦੀ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ। ਇਹਨਾਂ ਤੋਂ ਇਲਾਵਾ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਹਨ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਪੁੱਤਰ ਸਿਧਾਂਤ ਚਟੋਪਾਧਿਆਏ ਦੀ ਸੁਰੱਖਿਆ ਵੀ ਵਾਪਸ ਲਈ ਜਾ ਰਹੀ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਪਿਛਲੇ ਮਹੀਨੇ ਪੁਲਿਸ ਨੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਪੰਜਾਬ 'ਚ ਪਾਰਾ ਮੁੜ ਚੜ੍ਹਨਾ ਸ਼ੁਰੂ ਹੋ ਗਿਆ ਹੈ। ਅਜਿਹੇ ਜਿਹੀ ਆਉਣ ਵਾਲੇ ਦਿਨਾਂ 'ਚ ਸਾਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਦੌਰਾਨ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਦੱਸਦੇ ਕਿ ਇਸ ਸਮੇਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹਿਣ ਵਾਲਾ ਹੈ ਅਤੇ ਤੇਜ਼ ਧੁੱਪ ਨਿਕਲੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਰਿਹਾ। ਦੂਜੇ ਪਾਸੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਸ਼੍ਰੇਣੀ ਵਿੱਚ ਹੈ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ, ਤਾਂ ਉੱਥੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਅਤੇ ਘੱਟੋ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਅਤੇ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਵਿੱਚ 40 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਹ ਵੀ ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ 에ਅਰ ਕੁਆਲਿਟੀ ਇੰਡੈਕਸ 110 ਹੈ, ਜੋ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ। ਗੱਲ ਕਰੀਏ ਲੁਧਿਆਣਾ ਦੀ, ਤਾਂ ਉੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕ ਦਰਮਿਆਨ ਸ਼੍ਰੇਣੀ ਵਿੱਚ 132 ਹੈ। ਦੋਸਤੋ, ਅੱਜ ਤੁਹਾਡੇ ਨਾਲ ਇੱਕ ਹੋਰ ਬੜੇ ਇੰਪੋਰਟੈਂਟ ਇਸ਼ੂ ਤੇ ਗੱਲ ਕਰਨੀ ਹੈ, ਜਿਹੜਾ ਕਿ ਆਪਣੇ ਸਾਰੇ ਪੰਜਾਬ ਦੇ ਭਵਿੱਖ ਦੇ ਨਾਲ ਤੁਲਕ ਰੱਖਦਾ ਵਾ। ਥੋੜੇ ਜਿਹੇ ਕੁਝ ਹੋਰ ਫਰੈਂਡਸ ਜੁੜ ਜਾਣ ਉਨੀ ਦੇਰ 'ਚ। ਹੈਡਿੰਗ ਤੁਸੀਂ ਮੇਰਾ ਦੇਖ ਰਹੇ ਹੋ, ਹੈਡਿੰਗ ਤੋਂ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਕਿ ਕਿੱਡਾ ਅਹਿਮ ਇਸ਼ੂ ਹੈ। ਕਲੀਅਰ ਨਹੀਂਗਾ? ਓਕੇ, ਗੱਲ ਇਸ ਤਰ੍ਹਾਂ ਹੈਗੀ ਆ ਕਿ
ਜਿਹੜੇ ਨਵੇਂ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਮਿਨਿਸਟਰ ਬਣੇ ਨੇ ਨਾ ਕੁਲਦੀਪ ਸਿੰਘ ਧਾਲੀਵਾਲ, ਇਹਨਾਂ ਦਾ ਮੈਂ ਹੁਣ ਪੰਜਵੀਂ ਵਾਰ ਬਿਆਨ ਪੜਿਆ ਵਾ ਕਿ ਮੈਂ ਪੰਜਾਬ ਦੇ ਵਿੱਚ ਜਿੰਨੀਆਂ ਗੈਰ ਕਾਨੂੰਨੀ ਕਬਜ਼ੇ ਨੇ ਸਰਕਾਰੀ ਜ਼ਮੀਨਾਂ ਤੇ ਪੰਚਾਇਤ ਜ਼ਮੀਨਾਂ ਤੇ ਸ਼ਾਮਲਾਟ ਜ਼ਮੀਨ ਤੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਨਜਾਇਜ਼ ਕਬਜ਼ੇ ਛਡਵਾਵੇਗੀ। ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਬਹੁਤ ਵੱਡਾ ਕੰਮ ਆਲਰੇਡੀ ਹੋ ਚੁੱਕਾ ਵਾ। ਇਹਦੀ ਇਨਫੋਰਮੇਸ਼ਨ ਸਾਰੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਹੈ, ਸਰਕਾਰ ਦੇ ਕੋਲ ਬਹੁਤ ਈਜ਼ੀਲੀ ਹੈ। ਤੁਹਾਨੂੰ ਸਭ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇਹ ਇੱਕ ਵਾਰ 2009-10 ਦੇ ਵਿੱਚ ਜਸਟਿਸ ਰਣਜੀਤ ਸਿੰਘ ਰੰਧਾਵਾ, ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਡ ਕੀਤਾ ਸੀਗਾ ਬੇਅਦਬੀਆਂ ਦਾ ਤੇ ਬਹਿਬਲ ਕਲਾਂ ਦਾ, ਉਹਨਾਂ ਦੀ ਅਦਾਲਤ ਨੇ ਇੱਕ ਹੁਕਮ ਜਾਰੀ ਕੀਤਾ। ਕਿਸੇ ਨੇ ਰਿਟ ਪਟੀਸ਼ਨ ਕੀਤੀ ਸੀ, ਕਿਸੇ ਐਡਵੋਕੇਟ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ, ਸ਼ਾਇਦ ਉਸ ਐਡਵੋਕੇਟ ਦਾ ਨਾਮ ਸੀ ਕੁਲਦੀਪ ਸਿੰਘ। ਉਹਨਾਂ ਨੇ ਜਸਟਿਸ ਰਣਜੀਤ ਸਿੰਘ ਰੰਧਾਵਾ ਨੇ ਉਸ ਰਿਟ ਪਟੀਸ਼ਨ ਤੇ ਐਕਸ਼ਨ ਲੈਂਦਿਆਂ ਹੁਕਮ ਦੇ ਦਿੱਤੇ ਕਿ ਇੱਕ ਸੁਪਰੀਮ ਕੋਰਟ ਦੇ ਆਨਰੇਬਲ ਜਸਟਿਸ ਰਿਟਾਇਰਡ ਜਸਟਿਸ, ਉਹਨਾਂ ਦਾ ਨਾਮ ਵੀ ਕੁਲਦੀਪ ਸਿੰਘ ਆ, ਜਿਨ੍ਹਾਂ ਨੇ ਡਿਲੀਮਿਟੇਸ਼ਨ ਕੀਤੀ ਸੀ, ਅਖੀਰਲੀ ਜਿਹੜੀ ਡਿਲੀਮਿਟੇਸ਼ਨ ਹੋਈ ਆ ਪਾਰਲੀਮੈਂਟ ਦੀ ਤੇ ਅਸੈਂਬਲੀ ਹਲਕਿਆਂ ਦੀ 2012 ਚ, ਬਹੁਤ ਐਮੀਨੈਂਟ ਜੂਰਿਸਟ, ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਸਤਿਕਾਰਯੋਗ ਹਸਤੀ ਜਸਟਿਸ ਕੁਲਦੀਪ ਸਿੰਘ, ਰਿਟਾਇਰਡ ਸੁਪਰੀਮ ਕੋਰਟ ਆਫ ਇੰਡੀਆ ਤੋਂ, ਉਹਨਾਂ ਦੀ ਕਮੇਟੀ ਬਣਾਤੀ, ਉਹਨਾਂ ਦਾ ਕਮਿਸ਼ਨ ਬਣਾਤਾ ਜਸਟਿਸ ਰਣਜੀਤ ਸਿੰਘ ਨੇ ਕਿ ਮੋਹਾਲੀ ਜ਼ਿਲ੍ਹੇ ਵਿੱਚ ਆਇਡੈਂਟੀਫਾਈ ਕਰੋ ਕਿ ਕਿੰਨੇ ਲੋਕਾਂ ਦੇ ਕੋਲ ਨਜਾਇਜ਼ ਜ਼ਮੀਨਾਂ ਨੇ, ਕਿਹੜੇ ਵੱਡੇ ਤਾਕਤਵਰ ਪੋਲੀਟੀਕਲ ਲੋਕ ਨੇ, ਕਿਹੜੇ ਤਾਕਤਵਰ ਵੱਡੇ ਬਿਊਰੋਕਰੈਟਸ ਨੇ। ਤਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਬਹੁਤ ਇਮਾਨਦਾਰੀ ਨਾਲ ਕੰਮ ਕਰਕੇ ਉਹਨਾਂ ਨੂੰ ਅਸਿਸਟ ਕੀਤਾ ਸੀਗਾ ਇੱਕ ਰਿਟਾਇਰਡ ਸੈਸ਼ਨ ਜੱਜ ਨੇ, ਔਰ ਇੱਕ ਏਡੀਜੀਪੀ ਸੀ ਉਸ ਵਕਤ ਚੰਦਰ ਸ਼ੇਖਰ ਪੰਜਾਬ ਪੁਲਿਸ ਦੇ। ਜਸਟਿਸ ਕੁਲਦੀਪ ਸਿੰਘ ਨੇ ਫਰਦਰ ਇੱਕ ਕਮੇਟੀ ਬਣਾਈ, ਜਸਟਿਸ ਕੁਲਦੀਪ ਸਿੰਘ ਹੁਣਾਂ ਨੇ ਉਹਦੀ ਆਈਪੀਐਸ ਅਫਸਰ ਚੰਦਰ ਸ਼ੇਖਰ ਦੀ, ਜਿਹੜੇ ਕਿ ਆਪ ਕਾਫੀ ਓਨੈਸਟ ਇਮਾਨਦਾਰ ਆਦਮੀ ਸੀਗੇ, ਕਿ ਤੁਸੀਂ ਆਇਡੈਂਟੀਫਾਈ ਕਰੋ ਸਾਰਾ ਕਿ ਕਿੰਨੀ ਕੱਲੇ ਮੋਹਾਲੀ ਜ਼ਿਲ੍ਹੇ ਵਿੱਚ, ਮੈਂ ਕਹਿ ਰਿਹਾ ਦੁਬਾਰਾ ਸੁਣ ਲਿਓ ਅੱਛੀ ਤਰ੍ਹਾਂ ਨਾਲ, ਕੱਲੇ ਮੋਹਾਲੀ ਜ਼ਿਲ੍ਹੇ ਵਿੱਚ 50,000 ਏਕੜ ਜ਼ਮੀਨ ਸਰਕਾਰ ਦੀ ਵੱਡੇ ਬੰਦਿਆਂ ਨੇ ਦੱਬੀ ਹੋਈ ਸੀ। ਵੱਡਿਆਂ ਦੇ ਕੌਣ ਨਾਮ ਆਉਂਦੇ ਨੇ? ਕੈਪਟਨ ਅਮਰਿੰਦਰ ਸਿੰਘ, ਸ਼ਾਇਦ 1200 ਕਨਾਲ ਕੱਲੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ। ਡੋਂਟ ਥਿੰਕ ਕਿ ਮੈਂ ਕਿਸੇ ਦਾ ਨਾਮ ਲੈ ਰਿਹਾ, ਸਿਰਫ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਕਿ ਕਿਸ ਲੈਵਲ ਦੇ ਆਦਮੀਆਂ ਦੇ ਕੋਲ ਜ਼ਮੀਨ ਸੀ। ਬਾਦਲ ਸਾਹਿਬ ਦਾ ਪਰਿਵਾਰ, ਜਿੱਥੇ ਉਹਨਾਂ ਦਾ ਹੋਟਲ ਵਗੈਰਾ ਬਣਿਆ, ਲਗਭਗ ਇਹਦੇ ਆਲੇ ਦੁਆਲੇ ਹੋਰ ਵੀ ਬਹੁਤ ਉਹਨਾਂ ਦੇ ਕੋਲ ਜ਼ਮੀਨ ਹੈ। ਸੁਮੇਧ ਸਿੰਘ ਸੈਣੀ, ਫਾਰਮਰ ਡੀਜੀਪੀ, ਬਹੁਤ ਵੱਡੇ ਆਈਏਐਸ ਤੇ ਆਈਪੀਐਸ ਆਫਸਰਸ, ਬਹੁਤ ਜ਼ਿਆਦਾ ਵੱਡੇ, ਮੈਂ ਹੁਣ ਨਾਮ ਨਹੀਂ ਲੈਂਦਾ, ਮੇਰੇ ਕੋਲ ਸਾਰੀ ਰਿਪੋਰਟ ਦੀ ਕਾਪੀ ਹੈਗੀ ਹੈ। ਇਸੇ ਤਰ੍ਹਾਂ ਹੀ ਪੋਲੀਟੀਕਲ ਪਾਰਟੀਆਂ ਦੇ ਲੀਡਰਸ, ਅਕਾਲੀ ਦਲ ਦੇ ਔਰ ਮੇਰੀ ਆਪਣੀ ਪਾਰਟੀ ਕਾਂਗਰਸ ਦੇ ਵੱਡੇ ਲੀਡਰ, ਜਿਨ੍ਹਾਂ ਦੇ ਕੋਲ ਸੈਂਕੜੇ ਏਕੜ, ਮਤਲਬ 2-4 ਏਕੜ, 10 ਏਕੜ, 15 ਏਕੜ ਜ਼ਮੀਨ ਨਹੀਂ, ਕਈਆਂ ਕੋਲ 100-100, 150-150, 200 ਕਿੱਲਾ ਜ਼ਮੀਨ ਨਿਊ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ, ਨਵੇਂ ਚੰਡੀਗੜ੍ਹ ਜਿਹੜਾ ਮੁੱਲਾਂਪੁਰ ਸਾਈਡ ਦੇ ਉੱਤੇ ਇੱਥੇ। ਔਰ ਇਸ ਤੋਂ ਅਗਲਾ ਜਿਹੜਾ ਹੈਗਾ ਲੈਂਡ ਸ਼ਾਰਕਸ ਕਿਹਨੂੰ ਕਹਿੰਦੇ ਨੇ, ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਕੋਲੋਨਾਈਜ਼ ਕਰਦੇ ਨੇ, ਵੱਡੀਆਂ ਬਿਲਡਿੰਗਾਂ, ਸਕਾਈ ਰਾਈਜ਼ ਬਿਲਡਿੰਗਸ ਬਣਾਉਂਦੇ ਨੇ, ਉਹਨਾਂ ਦੇ ਕੋਲ ਇਹ ਜ਼ਮੀਨਾਂ ਨੇ। ਹੁਣ ਤੁਸੀਂ ਇਕੱਲੇ ਮੋਹਾਲੀ ਜ਼ਿਲ੍ਹੇ ਦਾ ਲਾ ਲਓ, ਜਿਹੜੀ ਮੋਹਾਲੀ ਇਸ ਵਕਤ ਮੋਹਾਲੀ ਸ਼ਹਿਰ ਦੇ ਵਿੱਚ ਜਿਹੜੀ ਸਰਕਾਰੀ ਜ਼ਮੀਨ ਹੋ, ਜਿਹਦੇ ਤੇ ਸਕਾਈ ਸਕ੍ਰੇਪਰ ਬਿਲਡਿੰਗਸ ਬਣੀਆਂ ਨੇ, 20-25 ਬਿਲਡਿੰਗਾਂ, ਮੰਜ਼ਲਾ ਬਿਲਡਿੰਗਸ ਬਣੀਆਂ ਨੇ, ਜਾਂ ਜ਼ੀਰਕਪੁਰ ਦੇ ਵਿੱਚ ਬਣੀਆਂ ਨੇ, ਜਾਂ ਇਹਦੀ ਪੈਰੀਫਰੀ ਤੇ ਬਣੀਆਂ ਨੇ, ਤੁਸੀਂ ਅੰਦਾਜ਼ਾ ਲਾਓ ਉਹਨਾਂ ਦੀ ਕੀਮਤ ਕੀ ਹੋਊਗੀ ਪਰ ਏਕੜ ਦੀ। ਮੇਰੇ ਹਿਸਾਬ ਦੇ ਨਾਲ ਉੱਥੇ 5-5 ਕਰੋੜ ਦਾ ਏਕੜ ਆ। ਜ਼ਮੀਨ ਸਰਕਾਰ ਦੀ, ਬਿਲਡਿੰਗਾਂ ਪ੍ਰਾਈਵੇਟ ਪਲੇਅਰਸ ਦੀਆਂ, ਜ਼ਮੀਨ ਸਰਕਾਰ ਦੀ ਤੇ ਜ਼ਮੀਨ ਪੋਲੀਟੀਕਲ ਲੀਡਰਸ ਦੇ ਹੱਥਾਂ ਦੇ ਵਿੱਚ, ਜ਼ਮੀਨ ਸਰਕਾਰ ਦੀ ਤੇ ਉਹਦੇ ਤੇ ਆਲੀਸ਼ਾਨ ਬੰਗਲੇ ਤੇ ਫਾਰਮ ਹਾਊਸਸ ਬਣੇ ਨੇ, ਵੱਡੇ ਆਈਪੀਐਸ ਤੇ ਆਈਏਐਸ ਆਫਸਰਸ ਦੇ। ਔਰ ਇਹ ਸਭ ਕੁਝ ਜਾਣ ਬੁੱਝ ਕੇ ਇਹਦੇ ਤੇ ਪਰਦਾ ਪਾ ਦਿੱਤਾ ਗਿਆ। ਸਾਰੀਆਂ ਸਰਕਾਰਾਂ ਨੇ, ਪਿਛਲੀਆਂ ਜਿੰਨੀਆਂ ਸਰਕਾਰਾਂ ਲੰਘ ਕੇ ਗਈਆਂ, ਇਹ ਸਾਰੀ ਰਿਪੋਰਟ ਪੰਜਾਬ ਸਰਕਾਰ ਦੇ ਕੋਲ ਆ, ਔਰ ਇਹਦੀ ਸਾਰੀ ਜਾਣਕਾਰੀ ਜਿਹੜੇ ਏਡੀਜੀਪੀ ਨੇ ਰਿਟਾਇਰਡ ਹੁਣ ਚੰਦਰ ਸ਼ੇਖਰ, ਉਹਨਾਂ ਦੇ ਕੋਲ ਆ, ਔਰ ਸਾਰੀ ਜਾਣਕਾਰੀ ਜਸਟਿਸ ਕੁਲਦੀਪ ਸਿੰਘ ਜਿਹੜੇ ਰਿਟਾਇਰਡ ਨੇ, ਉਹ ਸੁਪਰੀਮ ਕੋਰਟ ਆਫ ਇੰਡੀਆ ਦੇ, ਉਹਨਾਂ ਦੇ ਕੋਲ ਆ। ਇਹਦੀਆਂ 2 ਵੋਲੂਮਿਨਸ ਰਿਪੋਰਟ ਸੀਗੀਆਂ। ਉਹਦੇ ਤੋਂ ਬਾਅਦ ਜਿਹੜੀ ਚੰਦਰ ਸ਼ੇਖਰ ਨੇ ਐਜ਼ ਐਨ ਆਫਸਰ ਸਾਰੀ ਇਨਕੁਆਇਰੀ ਕੀਤੀ, ਉਹਦਾ ਵੀ ਪੁਲੰਦਾ ਸਾਰਾ ਪਿਆ ਹੋਇਆ ਸਰਕਾਰ ਦੇ ਕੋਲ ਵੀ ਆ। ਅਗਰ ਮੈਂ ਗਲਤ ਨਾ ਹਾਂ ਤਾਂ ਉਹ ਸਰਕਾਰ ਨੇ ਕਿਸੇ ਢੰਗ ਦੇ ਨਾਲ ਦੁਬਾਰਾ ਹਾਈ ਕੋਰਟ ਦੇ ਵਿੱਚ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾਇਆ ਹੋਇਆ ਵਾ। ਮੇਰਾ ਇਹ ਮੰਨਣਾ ਵਾ ਕਿ ਇਹ
ਜਿਹੜੀ ਜ਼ਮੀਨ ਆ, ਇਹ ਤਾਂ ਇਕੱਲੇ ਇੱਕ ਮੋਹਾਲੀ ਡਿਸਟ੍ਰਿਕਟ ਦੀ ਮੈਂ ਗੱਲ ਕਰ ਰਿਹਾ। ਕਈ ਰੈਵਨਿਊ ਡਿਸਟ੍ਰਿਕਟਸ ਨੇ ਪੰਜਾਬ ਦੇ, ਜਿਹਦੇ ਚ ਲੁਧਿਆਣੇ ਵਰਗਾ, ਅੰਮ੍ਰਿਤਸਰ ਸ਼ਹਿਰ ਵਰਗਾ, ਜਲੰਧਰ ਵਰਗਾ, ਪਟਿਆਲੇ ਵਰਗਾ ਜਿਹੜੇ ਜ਼ਿਲ੍ਹੇ ਨੇ, ਇਹਨਾਂ 'ਚ 6 ਲੱਖ ਏਕੜ ਜ਼ਮੀਨ ਸਰਕਾਰ ਦੀ ਉਹਨਾਂ ਸਾਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਬੰਦਿਆਂ ਦੇ ਕੋਲ ਨੇ। ਮਤਲਬ ਉਹਦੇ ਆਫ ਕੋਰਸ ਪੋਲੀਟੀਕਲ ਛੋਟੇ ਬੰਦੇ ਵੀ ਆਉਂਦੇ ਹੋਣਗੇ, ਕੋਈ ਬਲਾਕ ਸੰਮਤੀਆਂ ਦੇ, ਜ਼ਿਲ੍ਹਾ ਪ੍ਰੀਸ਼ਦ ਸਰਪੰਚ ਵੀ ਆਉਂਦੇ ਹੋਣਗੇ। ਪਿੰਡਾਂ ਦੇ ਜਿਹੜੀਆਂ ਪੇਂਡੂ ਜ਼ਮੀਨਾਂ ਉਹ ਤਾਂ ਚਲੋ ਸਸਤੀਆਂ ਨੇ, 25-30 ਲੱਖ ਨੂੰ ਏਕੜ ਹੋਊਗੀ। ਜਿਹੜੀ ਲੁਧਿਆਣੇ ਸ਼ਹਿਰ ਵਿੱਚ ਹੋਊਗੀ, ਫਰਜ਼ ਕਰੋ ਸਰਕਾਰ ਦੀ ਜ਼ਮੀਨ ਹੈ, ਉਹ ਕਿੰਨੇ ਨੂੰ ਹੋਊਗੀ? 5 ਕਰੋੜ ਨੂੰ, 6 ਕਰੋੜ ਨੂੰ ਏਕੜ। ਅੰਮ੍ਰਿਤਸਰ, ਜਲੰਧਰ, ਇਹ ਜੇ ਸਾਰੀਆਂ ਜ਼ਮੀਨਾਂ ਸਰਕਾਰ ਆਇਡੈਂਟੀਫਾਈ ਕਰੇ, ਜੇ ਔਸਤਨ 50,000 ਲਾ ਕੇ 23 ਜ਼ਿਲ੍ਹਿਆਂ ਵਿੱਚ ਕਰੋ ਤੁਸੀਂ 6 ਲੱਖ ਏਕੜ ਜ਼ਮੀਨ, 6 ਲੱਖ ਨੂੰ ਤੁਸੀਂ ਜੇ ਕੁਝ ਵੀ ਨਾ ਕਰੋ ਤੇ 50 ਲੱਖ ਨਾਲ ਵੀ ਜਰਬ ਦਿਓ ਤੁਸੀਂ, ਤਾਂ 3 ਲੱਖ ਕਰੋੜ ਰੁਪਏ ਦੀ ਜ਼ਮੀਨ ਸਰਕਾਰ ਦੀ ਨਜਾਇਜ਼ ਕਬਜ਼ੇ ਦੇ ਵਿੱਚ ਆ। ਇੰਨਾ ਹੀ ਸਾਡਾ ਕਰਜ਼ਾ ਵਾ ਪੰਜਾਬ ਸਰਕਾਰ ਦੇ ਉੱਤੇ, 3 ਲੱਖ ਕਰੋੜ, 3 ਲੱਖ ਕਰੋੜ। ਸਾਰਾ ਡੈਟ ਰਾਈਟ ਆਫ ਕੀਤਾ ਜਾ ਸਕਦਾ, ਸਾਰਾ ਡੈਟ। ਠੀਕ ਆ, ਕੁਝ ਲੋਕਾਂ ਨੇ ਜਿਨ੍ਹਾਂ ਨੇ ਹੁਣ ਮਕਾਨ ਬਣਾ ਲਏ, ਕੋਠੀਆਂ ਬਣਾ ਲੀਆਂ, ਫਾਰਮ ਹਾਊਸ ਬਣਾ ਲਏ, ਬਿਲਡਿੰਗਾਂ ਬਣਾ ਲੀਆਂ, ਉਹ ਤਾਂ ਹੁਣ ਢੱਠਣ ਸ਼ਹਿਰ ਨਾ, ਪਰ ਉਹਨਾਂ ਤੋਂ ਸਰਕਾਰ ਪੈਸੇ ਤਾਂ ਲੈ ਸਕਦੀ ਹੈ ਕਿ ਤੁਸੀਂ ਇਹਦੀ ਸਰਕਾਰ ਦੀ ਕੀਮਤ ਅਦਾ ਕਰੋ ਨਾ। ਇਹ ਕੋਈ ਫ੍ਰੀ ਫੰਡ ਵਾਸਤੇ ਤਾਂ ਹੈ ਨਹੀਂ ਗੀਆਂ। ਜਿਹੜੀਆਂ ਜ਼ਮੀਨਾਂ ਹਲੇ ਐਗਰੀਕਲਚਰ ਪਰਪਸ ਲਈ ਉਦਾਂ ਪਈਆਂ ਨੇ, ਉਹ ਸਾਰੀਆਂ ਛੁਡਵਾਈਆਂ ਜਾ ਸਕਦੀਆਂ। ਸਰਕਾਰ ਕੋਲ ਬਹੁਤ ਪਾਵਰਸ ਨੇ, ਸੋ ਸਰਕਾਰ ਕੋਲ ਸਾਰੀਆਂ ਕੁਆਸੀ ਜੁਡੀਸ਼ੀਅਲ ਪਾਵਰਸ ਨੇ। ਸਰਕਾਰ ਚਾਹੇ 6 ਮਹੀਨਿਆਂ ਦੇ ਵਿੱਚ ਇਹ ਨਜਾਇਜ਼ ਕਬਜ਼ੇ ਹਟਾ ਸਕਦੀ ਹੈ। ਤਾਂ ਅੰਦਾਜ਼ਾ ਲਾ ਲਓ, ਅਗਰ ਕਿਤੇ 6 ਲੱਖ ਏਕੜ ਜ਼ਮੀਨ, ਕਿਉਂਕਿ 50,000 ਏਕੜ ਤਾਂ ਇਕੱਲੇ ਮੋਹਾਲੀ ਜਾਂ ਛੋਟਾ ਜ਼ਿਲ੍ਹਾ ਵਾ ਕੰਪੈਰੀਟਿਵਲੀ, ਕਿੱਡੇ ਕਿੱਡੇ ਵੱਡੇ ਜ਼ਿਲ੍ਹੇ ਨੇ ਫਿਰੋਜ਼ਪੁਰ, ਕਿੱਡੇ ਕਿੱਡੇ ਵੱਡੇ ਜ਼ਿਲ੍ਹੇ ਨੇ ਲੁਧਿਆਣਾ, ਕਿੱਡਾ ਜ਼ਿਲ੍ਹਾ ਹੈ ਜਲੰਧਰ, ਕਿੱਡਾ ਜ਼ਿਲ੍ਹਾ ਹੈ ਅੰਮ੍ਰਿਤਸਰ, ਕਿੱਡਾ ਜ਼ਿਲ੍ਹਾ ਗੁਰਦਾਸਪੁਰ। ਜੇ ਇਕੱਲੇ ਮੋਹਾਲੀ ਦੇ ਇੱਕ ਛੋਟੇ ਜ਼ਿਲ੍ਹੇ 'ਚ 50,000 ਏਕੜ ਜ਼ਮੀਨ ਹੋ ਸਕਦੀ ਸਰਕਾਰ ਦੇ ਨਜਾਇਜ਼ ਕਬਜ਼ੇ 'ਚ, ਅੰਦਾਜ਼ਾ ਲਾ ਲਓ ਤੁਸੀਂ। ਸੋ ਅਗਰ ਕੁਲਦੀਪ ਸਿੰਘ ਧਾਲੀਵਾਲ ਜੈਨੂਅਲੀ ਇੰਟਰਸਟਿਡ ਹੈ ਕਿ ਮੈਂ ਇਹ ਜ਼ਮੀਨ ਛਡਾਉਣੀ ਆ, ਤੇ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਵਾਕਈ ਇੰਟਰਸਟਿਡ ਹੈ, ਕਿਉਂਕਿ ਇਹਨਾਂ ਦੇ ਕਿਸੇ ਦੀ ਨਹੀਂ ਹੈ ਉਹਦੇ ਵਿੱਚ, ਇਹ ਛਡਵਾ ਸਕਦੇ ਨੇ। ਸ਼ਾਇਦ ਕਾਂਗਰਸ ਦੇ ਲੀਡਰਸ, ਅਕਾਲੀ ਦਲ ਦੇ ਲੀਡਰਸ ਨਹੀਂ ਛਡਾਉਣਾ ਚਾਹੁੰਦੇ ਹੋਣਗੇ, ਕਿਉਂਕਿ ਉਹਨਾਂ ਦੀ ਸਭ ਦੀਆਂ ਆਪਣੀਆਂ ਜ਼ਮੀਨਾਂ ਆਉਂਦੀਆਂ ਨੇ। ਔਰ ਮੇਰੇ ਇਸ ਖੁਲਾਸੇ ਦੇ ਨਾਲ, ਮੇਰੇ ਇਸ ਲਾਈਵ ਦੇ ਨਾਲ ਕੁਝ ਮੇਰੇ ਕੁਲੀਗਸ ਨੂੰ ਵੀ ਤਕਲੀਫ ਹੋਵੇਗੀ, ਪਰ ਦੈਨ ਪੰਜਾਬ ਇਜ਼ ਟੌਪ ਮੋਸਟ ਪ੍ਰਾਇੋਰਿਟੀ। ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਜੇ ਪੰਜਾਬ ਨੂੰ ਕਿਸੇ ਵੀ ਗੰਦਗੀ ਚੋਂ ਕੱਢਣਾ ਤੇ ਫਿਰ ਉਹਦੇ ਵਾਸਤੇ ਤੇਰਾ ਮੇਰਾ ਨਹੀਂ ਦੇਖਿਆ ਜਾਵੇਗਾ, ਉਹਦੇ ਲਈ ਤਾਂ ਸਿਰਫ ਸਟੇਟ ਦੇ ਇੰਟਰਸਟ ਦੇਖੇ ਜਾਣਗੇ। ਔਰ ਇਹ ਇਸ ਕਰਕੇ ਜ਼ਰੂਰੀ ਆ ਕਿ ਇੱਕ ਪਾਸੇ ਅਸੀਂ ਤਰਾ ਕਰ ਰਹੇ ਆ, ਸਾਡੇ ਤੇ ਇੰਨਾ ਕਰਜ਼ਾ ਵਾ। ਹੁਣ ਭਗਵੰਤ ਮਾਨ ਨੇ ਕਿਹਾ ਕਿ ਅਸੀਂ 25,000 ਨੌਕਰੀਆਂ ਦੇ ਨਹੀਂ ਸਕਣਗੇ, ਜੋ ਵਾਕਈ ਦੇਣਾ ਚਾਹੁੰਦੇ ਨੇ। ਤਾਂ ਮੈਂ ਕੱਲ ਪਰਸੋਂ ਪੋਸਟ ਪਾਈ ਇੱਕ ਕਿ ਸ਼ਾਇਦ ਲਗਭਗ 5,000 ਦੇ ਕਰੀਬ ਕਾਂਸਟੇਬਲਸ ਦੀ ਭਰਤੀ ਜਿਹੜੀ ਹੋ ਚੁੱਕੀ ਹੋਈ ਹੈ। ਸਾਰੇ ਮੈਡੀਕਲ, ਸਾਰੇ ਉਹਨਾਂ ਦੇ ਫਿਜ਼ੀਕਲ, ਉਹਨਾਂ ਦੇ ਰਿਟਨ ਟੈਸਟ ਹੋ ਚੁੱਕੇ ਨੇ, ਉਹਨਾਂ ਦੀ ਮੈਰਿਟ ਬਣ ਚੁੱਕੀ। ਸਿਰਫ ਮੈਡੀਕਲ ਕਰਾਉਣਾ ਵਾ ਤੇ 5,000 ਕਾਂਸਟੇਬਲ, ਉਹਦੇ ਚ 33% ਲੜਕੀਆਂ ਵੀ ਨੌਕਰੀ ਮਿਲ ਸਕਦੀ, ਪਰ ਨਹੀਂ ਕਰ ਸਕਦੇ ਕਿਉਂਕਿ ਕਿੰਨੀਆਂ ਵੱਡੀਆਂ ਤਨਖਾਹਾਂ ਲੱਗਣਗੀਆਂ ਇਹਨਾਂ ਦੀਆਂ। ਫਿਰ ਜਿਹੜਾ SSS ਬੋਰਡ ਆ, ਸਰਵਿਸਿਜ਼ ਸਿਲੈਕਸ਼ਨ ਸਬਆਰਡੀਨੇਟ ਬੋਰਡ ਆ, ਜਿਹੜਾ SSS ਬੋਰਡ, ਉਹਨੇ ਜੇਲ੍ਹ ਵਾਰਡਰਸ ਦੀਆਂ, ਤੁਹਾਡੇ ਕਲਰਕਸ ਦੀਆਂ, ਸ਼ਾਇਦ ਪਟਵਾਰੀਆਂ ਦੀਆਂ, ਇਹ ਭਰਤੀਆਂ ਵੀ ਕੁਝ ਹਜ਼ਾਰਾਂ ਵਿੱਚ ਉਹ ਵੀ ਪ੍ਰਕਿਰਿਆ ਪੂਰੀ ਹੋਈ ਆ, ਲੇਕਿਨ ਹੁਣ ਉਹ SS ਬੋਰਡ ਹੀ ਸਰਕਾਰ ਨੇ ਭੰਗ ਕੀਤਾ ਹੋਇਆ ਵਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਟੀਚਰਸ, ਬਹੁਤ ਸਾਰੇ, ਕਿਉਂਕਿ ਸਰਕਾਰ ਚੇਂਜ ਹੋਈ, ਚੋਣ ਜਾਬਤਾ ਲੱਗ ਗਿਆ, ਪ੍ਰਕਿਰਿਆ ਪਿਛਲੇ 2 ਸਾਲ ਦੀ ਹੁੰਦੀ ਰਹੀ, ਸਭ ਕੁਝ ਕੰਪਲੀਟ ਹੋ ਗਿਆ, ਉਧਰੋਂ ਚੋਣਾਂ ਆ ਗਈਆਂ, ਭਰਤੀ ਹੋ ਨਹੀਂ ਸਕੀ। ਸੋ ਕਿਹੜੀ ਸਰਕਾਰ ਹੈ ਜਿਹੜੀ ਭਰਤੀ ਨਹੀਂ ਕਰਨਾ ਚਾਹੁੰਦੀ? ਤੁਹਾਡਾ ਖਿਆਲ ਹੈ ਕਾਂਗਰਸ ਦੀ ਤੇ ਅਕਾਲੀ ਦਲ ਦੀ ਸਰਕਾਰ ਭਰਤੀ ਨਹੀਂ ਸੀ ਕਰਨਾ ਚਾਹੁੰਦੇ? ਮੁਲਾਜ਼ਮ ਕਰਨਾ ਚਾਹੁੰਦੇ ਨੇ, ਲੇਕਿਨ ਫਾਈਨੈਂਸ਼ੀਅਲ ਸਿਚੁਏਸ਼ਨ ਆਫ ਦ ਸਟੇਟ ਡਸ ਨਾਟ ਅਲਾਉ them। ਜਿਹੜੀ ਸਟੇਟ ਤੇ 3 ਲੱਖ ਕਰੋੜ ਦਾ ਕਰਜ਼ਾ ਹੋਊਗਾ, 25,000 ਕਰੋੜ ਰੁਪਏ ਸਾਲ ਦਾ ਵਿਆਜ ਭਰੂਗਾ, ਕਿੱਦਾਂ ਨਵੇਂ ਮੁਲਾਜ਼ਮ ਰੱਖ ਲਓ? ਆਹ ਰਾਹ ਜ਼ਰੂਰ ਹੈਗਾ ਕਿ ਜੇ ਸਰਕਾਰੀ ਜ਼ਮੀਨਾਂ ਛਡਾਈਆਂ ਜਾਣ, ਉਹਨਾਂ ਨੂੰ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਪੈਸੇ ਦੇਣੇ ਪੈ ਜਾਣ। ਬਹੁਤ ਵੱਡੇ ਬਿਲਡਰਸ ਨੇ ਪੋਲੀਟੀਕਲ, ਮੈਂ ਫਿਰ ਨਾਮ ਨਹੀਂ ਲੈਣਾ ਚਾਹੁੰਦਾ, ਫਿਰ ਉਹ ਦੁੱਖ ਲੱਗਦਾ ਉਹਨਾਂ ਨੂੰ। ਪੋਲੀਟੀਕਲ ਬਿਲਡਰਸ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੰਪਨੀਆਂ ਬਣਾ ਕੇ ਉੱਥੇ ਸਕਾਈ ਸਕ੍ਰੇਪਰ ਬਿਲਡਿੰਗਸ ਬਣਾਈਆਂ ਹੋਈਆਂ ਨੇ ਮੋਹਾਲੀ ਜ਼ਿਲ੍ਹੇ ਵਿੱਚ। ਇਕੱਲੇ ਮੋਹਾਲੀ ਦਾ ਉਦਾਹਰਨ ਦੇ ਰਿਹਾ ਵਾਂ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ਾ ਲੱਥ ਸਕਦਾ ਵਾ ਸਰਕਾਰੀ ਜ਼ਮੀਨਾਂ ਨੂੰ। ਇਹ ਹੁਣ ਮੁਨੱਸਰ ਆਫ ਕੋਰਸ ਉਹਨਾਂ ਦੀ ਕਿੰਨੀ ਕੈਪੈਸਿਟੀ ਆ, ਕਿੰਨੀ ਵਿਲ ਪਾਵਰ ਆ ਉਸ ਮਿਨਿਸਟਰ ਦੀ ਔਰ ਇਸ ਨਵੀਂ ਗਵਰਨਮੈਂਟ ਦੀ, ਇਹ ਕਰ ਸਕਦੇ ਨੇ, ਬਿਕੋਜ਼ ਦੇ ਹੈਵ ਨੋ ਵੈਸਟਡ ਇੰਟਰਸਟ। ਜਿਹਨਾਂ ਦਾ ਵੈਸਟਡ ਇੰਟਰਸਟ ਹੁੰਦਾ ਉਹ ਨਹੀਂ ਕਰ ਸਕਦੇ। ਸੋ ਮੈਂ ਉਮੀਦ ਕਰਦਾ ਕਿ ਅੱਜ ਦੇ ਇਸ ਮੁੱਦੇ ਦੇ ਉੱਤੇ ਸਰਕਾਰ ਗੌਰ ਕਰੇਗੀ। ਕੁਲਦੀਪ ਸਿੰਘ ਧਾਲੀਵਾਲ ਨੂੰ ਲਿੰਕ ਮੈਂ ਸਪੈਸ਼ਲੀ ਭੇਜ ਦੂੰ ਉਹਨਾਂ ਦੇ WhatsApp ਤੇ, ਜੇ ਉਹਨਾਂ ਕੋਲ ਟਾਈਮ ਹੋਵੇ ਉਹ ਸੁਣਨ ਔਰ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਕਢਾ ਲੈਣ।
ਏਡੀਜੀਪੀ ਰਿਟਾਇਰਡ ਚੰਦਰਸ਼ੇਖਰ ਨੂੰ ਆਪਣੇ ਕੋਲ ਬੁਲਾ ਲੈਣ। ਇੱਕ ਸ਼ਾਇਦ ਮਿਸਟਰ ਗੁਪਤਾ ਸੀਗੇ ਰਿਟਾਇਰਡ ਸੈਸ਼ਨ ਜੱਜ ਜਿਨ੍ਹਾਂ ਨੇ ਅਸਿਸਟ ਕੀਤਾ ਸੀਗਾ ਜਸਟਿਸ ਕੁਲਦੀਪ ਸਿੰਘ ਨੂੰ, ਉਹਨਾਂ ਨੂੰ ਬੁਲਾ ਲੈਣ ਤੇ ਹਾਈ ਕੋਰਟ ਦੇ ਵਿੱਚੋਂ ਸਾਰੀਆਂ ਫਾਈਲਾਂ ਲੈ ਆਉਣ। ਹਾਈ ਕੋਰਟ ਵਿੱਚ ਸਰਕਾਰ ਪੇਸ਼ ਹੋ ਕੇ ਕਵੇ ਕਿ ਅਸੀਂ ਇਸ ਸਾਰੀ ਸਰਕਾਰੀ ਜ਼ਮੀਨ ਦੇ ਨਜਾਇਜ਼ ਕਬਜ਼ੇ ਨੂੰ ਛਡਵਾਵਾਂਗੇ। ਬਸ ਇੱਥੋਂ ਗੱਲ ਸ਼ੁਰੂਆਤ ਹੋ ਜਾਏਗੀ। ਲੱਗ ਸਕਦਾ ਟਾਈਮ 6 ਮਹੀਨੇ, ਸਾਲ, 2 ਸਾਲ, 3 ਸਾਲ, 5 ਸਾਲ, but just imagine if we are able to get rid of these illegitimate and illegal encroachments on government owned, panchayat owned lands, ਪੰਜਾਬ ਦੀ ਤਸਵੀਰ ਤੇ ਪੰਜਾਬ ਦਾ ਭਵਿੱਖ ਬਦਲ ਜਾਵੇਗਾ। ਸਾਡੇ ਬੱਚਿਆਂ ਨੂੰ ਸ਼ਾਇਦ, ਮੈਂ ਨਹੀਂ ਕਹਿ ਸਕਦਾ ਡੈਫੀਨਿਟਲੀ, ਜਿਹੜੇ ਵਿਦੇਸ਼ਾਂ 'ਚ ਜਾਂਦੇ ਫਿਰਦੇ ਨੇ, ਲੱਭਦੇ ਨੇ, ਛੋਟੇ ਛੋਟੇ ਜੌਬਸ ਕਰਦੇ ਨੇ ਉੱਥੇ, ਸ਼ਾਇਦ ਉਹਨਾਂ ਦਾ ਛੁਟਕਾਰਾ ਹੋ ਸਕੇ ਅਗਰ ਇਸ ਤਰ੍ਹਾਂ ਦੇ ਅਸੀਂ ਕਦਮ ਜਿਹੜੇ ਨੇ, ਦਲੇਰਾਨਾ ਕਦਮ ਜਿਹੜੇ ਅਸੀਂ ਚੱਕਣ ਵਿੱਚ ਕਾਮਯਾਬ ਹੋ ਜਾਈਏ। ਸਾਡੀ ਸਪੋਰਟ, ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਅਸੀਂ ਤੁਹਾਡੀ ਸਪੋਰਟ ਕਰਾਂਗੇ ਸਾਰੇ ਕਿ ਛਡਵਾਓ ਸਾਰੇ ਨਜਾਇਜ਼ ਕਬਜ਼ੇ। ਆਈ ਵਿਲ ਬੀ ਦ ਫਰਸਟ ਵਨ ਟੂ ਕਮ ਫਾਰਵਰਡ ਐਂਡ ਸੇ ਆਲ ਦਿਸ। ਐਂਡ ਮੈਂ ਸਮਝਦਾ ਕਿ ਸਾਰੇ ਕਾਂਗਰਸ ਦੇ ਜਿੰਨੇ ਐਮਐਲਏਜ਼ ਨੇ, ਜਿੰਨੇ ਸਾਡੇ ਲੀਡਰਸ ਨੇ, ਉਹਨਾਂ ਨੂੰ ਇਸ ਗੱਲ ਨੂੰ, ਇਸ਼ੂ ਨੂੰ ਉਠਾਉਣਾ ਚਾਹੀਦਾ ਵਾ ਤਾਂ ਕਿ ਅਸੀਂ ਨਜਾਇਜ਼ ਕਬਜ਼ਿਆਂ ਨੂੰ ਛਡਵਾ ਕੇ ਆਪਣੇ ਸੂਬੇ ਨੂੰ ਨਿਜਾਤ ਦਵਾ ਸਕੀਏ। ਤੁਹਾਡਾ